हेलो डियर स्टूडेंट्स, हाउ आर यू। ਅੱਜ ਆਪਾਂ ਆਪਣਾ ਪਹਿਲਾ ਜੋ ਚੈਪਟਰ ਚੱਲ ਰਿਹਾ ਸੀ ਇੰਟਰੋਡਕਸ਼ਨ ਦਾ ਬੁੱਕ ਕੀਪਿੰਗ ਅਕਾਊਂਟਿੰਗ ਔਰ ਅਕਾਊਂਟੈਂਸੀ ਦਾ, ਉਹਦੇ ਦੋ ਹੋਰ ਜੋ ਟੌਪਿਕ ਇੰਪੋਰਟੈਂਟ ਰਹਿੰਦੇ ਨੇ ਉਹ ਡਿਸਕਸ ਕਰਾਂਗੇ। ਉਹਦੇ ਵਿੱਚ ਪਹਿਲਾ ਹੈਗਾ ਰੋਲ ਆਫ ਅਕਾਊਂਟਿੰਗ ਇਨ ਬਿਜ਼ਨਸ ਔਰ ਦੂਸਰਾ ਹੈਗਾ ਡਿਫਰੈਂਸ ਬਿਟਵੀਨ ਬੁੱਕ ਕੀਪਿੰਗ ਐਂਡ ਅਕਾਊਂਟਿੰਗ। ਇਹ ਦੋਨੋਂ ਜਿਹੜੇ ਟੌਪਿਕ ਨੇ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਤੋਂ ਵੀ ਬਹੁਤ ਇੰਪੋਰਟੈਂਟ ਨੇ ਔਰ ਵੈਸੇ ਵੀ ਜਿਹੜੀ ਸਬਜੈਕਟ ਦੀ ਅੰਡਰਸਟੈਂਡਿੰਗ ਆ ਉਹਦੇ ਲਈ ਵੀ ਸਾਨੂੰ ਇਹਦੀ ਸਮਝ ਹੋਣੀ ਬਹੁਤ ਜ਼ਰੂਰੀ ਹੈ। ਰੋਲ ਆਫ ਅਕਾਊਂਟਿੰਗ ਇਨ ਬਿਜ਼ਨਸ, ਜਦੋਂ ਅਸੀਂ ਇਹ ਗੱਲ ਕਰਦੇ ਹਾਂ ਤਾਂ ਵੀ ਕੈਨ ਸੇਫਲੀ ਸਟਾਰਟ ਬਾਈ ਸੇਇੰਗ that accounting plays a vital role in the total business। ਭਾਵ ਕਿ ਅਕਾਊਂਟਿੰਗ ਦਾ ਸਮੁੱਚੇ ਵਪਾਰ ਦੇ ਵਿੱਚ ਬਹੁਤ ਵੱਡਾ ਮਹੱਤਵਪੂਰਨ ਰੋਲ ਹੈ, ਯੋਗਦਾਨ ਹੈ। ਅਸੀਂ ਪਹਿਲੇ ਲੈਕਚਰਾਂ ਦੇ ਵਿੱਚ ਇਹ ਪੜ੍ਹ ਚੁੱਕੇ ਹਾਂ ਕਿ ਐਡਵਾਂਟੇਜਸ ਬੁੱਕ ਕੀਪਿੰਗ ਦੇ ਕੀ ਨੇ। ਤਾਂ ਬਾਈ ਐਂਡ ਲਾਰਜ ਜਦੋਂ ਅਸੀਂ ਰੋਲ ਦੀ ਗੱਲ ਕਰਦੇ ਹਾਂ ਤਾਂ ਰੋਲ ਦੇ ਵਿੱਚ ਅਸੀਂ ਐਡਵਾਂਟੇਜਸ ਨੂੰ ਡਿਸਕਸ ਕਰਾਂਗੇ, ਥੋੜ੍ਹੀ ਜਿਹੀ ਇਹਦੀ ਫਾਰਮ ਨੂੰ ਤਬਦੀਲ ਕਰਕੇ। ਦੇਖੋ, ਸਭ ਤੋਂ ਇੰਪੋਰਟੈਂਟ ਰੋਲ ਜੇ ਮੈਂ ਅਕਾਊਂਟਿੰਗ ਦਾ ਬਿਜ਼ਨਸ ਦੇ ਵਿੱਚ ਕਹਿਣਾ ਹੋਵੇ ਤਾਂ ਪਹਿਲੀ ਗੱਲ ਜਿਹੜੀ ਸਾਹਮਣੇ ਆਉਂਦੀ ਆ ਉਹ ਹੈ ਕਿ ਅਕਾਊਂਟਿੰਗ ਹੈਲਪਸ ਇਨ ਡਿਸੀਜ਼ਨ ਮੇਕਿੰਗ। ਬਿਜ਼ਨਸ ਕੀ ਆ? ਕਈ ਲੋਕਾਂ ਨੇ ਇਹਨੂੰ ਵੱਖ-ਵੱਖ ਤਰੀਕਿਆਂ ਨਾਲ ਡਿਫਾਈਨ ਕੀਤਾ। ਬਿਜ਼ਨਸ ਫੈਸਲੇ ਲੈਣਾ ਹੈ। ਫੈਸਲੇ ਕਾਹਦੇ ਲੈਣੇ ਆ? ਤੁਸੀਂ ਕੀ ਕਰਨਾ, ਕੀ ਨਹੀਂ ਕਰਨਾ, ਕੀ ਖਰੀਦਣਾ, ਕੀ ਬਣਾਉਣਾ, ਕਿਵੇਂ ਬਣਾਉਣਾ। ਤਾਂ ਇਹ ਫੈਸਲੇ ਹੀ ਮਹੱਤਵਪੂਰਨ ਰੋਲ ਅਦਾ ਕਰਦੇ ਨੇ। ਜਿੰਨੇ ਡਿਸੀਜ਼ਨਸ ਤੁਹਾਡੇ ਸਿਆਣਪ ਭਰੇ ਹੋਣਗੇ, ਜਿੰਨੇ ਤੁਹਾਡੇ ਡਿਸੀਜ਼ਨਸ ਇਫੈਕਟਿਵ ਹੋਣਗੇ, ਉਨਾ ਹੀ ਤੁਹਾਡਾ ਬਿਜ਼ਨਸ ਜਿਹੜਾ ਹੈ ਉਹ ਭਵਿੱਖ ਦੇ ਵਿੱਚ ਸਫਲ ਹੋਵੇਗਾ, ਉਨੀ ਤੁਹਾਨੂੰ ਵੱਧ ਪ੍ਰੋਫਿਟ ਹੋਣਗੇ। ਅਤੇ ਫੈਸਲੇ ਕਾਹਦੇ ਆਧਾਰ 'ਤੇ ਲੈਣੇ ਆ? ਟੱਲੇ ਨਾਲ ਤਾਂ ਲੈਣੇ ਨਹੀਂ, ਅਨੁਮਾਨ ਨਾਲ ਵੀ ਨਹੀਂ ਲੈਣੇ। ਉਹ ਫੈਸਲੇ ਕਿਵੇਂ ਲੈਣੇ ਨੇ? ਉਹ ਫੈਸਲੇ ਸਾਰੇ ਦੇ ਸਾਰੇ ਅਕਾਊਂਟਿੰਗ ਦੇ ਉੱਤੇ ਨਿਰਭਰ ਨੇ ਕਿ ਤੁਸੀਂ ਕੀ ਕੁਝ ਨੋਟ ਕੀਤਾ ਹੋਇਆ, ਵਪਾਰ ਦਾ ਇਤਿਹਾਸ ਕਿਵੇਂ ਚੱਲ ਰਿਹਾ, ਵਪਾਰ ਦੀ ਪ੍ਰੋਫਿਟੇਬਿਲਿਟੀ ਕਿਵੇਂ ਚੱਲ ਰਹੀ ਆ, ਵਪਾਰ ਦੀਆਂ ਐਸੈਟਸ ਲਾਇਬਿਲਿਟੀਜ਼ ਕਿਵੇਂ ਨੇ, ਵਪਾਰ ਦੇ ਟ੍ਰੈਂਡ ਕਿਵੇਂ ਨੇ। ਉਹ ਸਾਰਾ ਕੁਝ ਦੇਖ ਕੇ ਤੁਸੀਂ ਫਰਦਰ ਜਿਹੜੇ ਡਿਸੀਜ਼ਨਸ ਲੈਂਦੇ ਰਹੋਗੇ। ਦੂਜੀ ਗੱਲ ਜਿਹੜੀ ਬੜੀ ਇੰਪੋਰਟੈਂਟ ਹੈ ਕਿ ਅਕਾਊਂਟਿੰਗ ਇਨਫੋਰਮੇਸ਼ਨ, ਚਾਹੇ ਉਹ ਪਬਲਿਸ਼ਡ ਅਕਾਊਂਟਸ ਦੇ ਰੂਪ ਵਿੱਚ ਹੈਗੀ ਆ, ਚਾਹੇ ਉਹ ਸੋਲ ਟਰੇਡਰ ਜਾਂ ਪਾਰਟਨਰਸ਼ਿਪ ਦੇ ਵੈਸੇ ਖਾਤਿਆਂ ਦੇ ਰੂਪ ਵਿੱਚ ਹੈਗੀ ਆ, ਉਹ ਪਾਰਟਨਰਸ ਨੂੰ, ਉਹ ਸੋਲ ਟਰੇਡਰ ਨੂੰ, ਉਹ ਕੰਪਨੀ ਦੇ ਸ਼ੇਅਰ ਹੋਲਡਰਸ ਨੂੰ ਇਸ ਰੂਪ ਦੇ ਵਿੱਚ ਵੀ ਮਦਦ ਕਰਦੀ ਆ ਕਿ ਉਹਨਾਂ ਨੇ ਆਪਣੇ ਇਨਵੈਸਟਮੈਂਟ ਡਿਸੀਜ਼ਨਸ ਕਿਵੇਂ ਲੈਣੇ ਨੇ, ਵਪਾਰ ਦੇ ਵਿੱਚ ਨਿਵੇਸ਼ ਕਿਵੇਂ ਕਰਨਾ, ਕੀ ਸੋਚ ਕੇ ਕਰਨਾ। ਉਹ ਕਿੱਥੋਂ ਹੋਊਗਾ? ਅਕਾਊਂਟਿੰਗ ਦੇ ਆਧਾਰ ਦੇ ਉੱਤੇ ਹੀ ਉਹ ਸਾਰੇ ਫੈਸਲੇ ਹੋਣਗੇ ਕਿ ਉਹਨਾਂ ਨੇ ਇਨਵੈਸਟ ਕਰਨਾ, ਨਹੀਂ ਕਰਨਾ, ਵਪਾਰ ਨੂੰ ਅੱਗੇ ਕੰਟੀਨਿਊ ਰੱਖਣਾ, ਨਹੀਂ ਰੱਖਣਾ, ਵਪਾਰ ਨੂੰ ਕਿਸ ਰੂਪ ਵਿੱਚ ਚਲਾਉਣਾ। ਇਹ ਵੀ ਜਿਹੜਾ ਹੈ ਮਹੱਤਵਪੂਰਨ ਹੋਏਗਾ। ਤੀਜਾ ਇੰਪੋਰਟੈਂਟ ਰੋਲ ਜਿਹੜਾ ਅਕਾਊਂਟਿੰਗ ਦਾ ਅਸੀਂ ਕਹਿ ਸਕਦੇ ਹਾਂ ਉਹ ਹੈਗਾ ਐਜ਼ ਫਾਰ ਐਜ਼ ਆਰ ਕ੍ਰੈਡਿਟ ਐਂਡ ਲੈਂਡਿੰਗ ਇਜ਼ ਕੰਸਰਨਡ। ਆਮ ਤੌਰ 'ਤੇ ਬਹੁਤਾ ਵਪਾਰ ਆਪਣੇ ਪੈਸਿਆਂ ਨਾਲ ਨਹੀਂ ਹੁੰਦਾ। ਕੁਝ ਪੈਸਾ ਬੰਦਾ ਆਪਣੀ ਕੈਪੀਟਲ ਲਾਉਂਦਾ ਔਰ ਕੁਝ ਪੈਸਾ ਉਹ ਲੋਨ ਦੇ ਰੂਪ ਵਿੱਚ ਲੈਂਦਾ। ਇਸੇ ਤਰ੍ਹਾਂ ਜਦੋਂ ਵਪਾਰ ਚੱਲਦਾ, ਕੁਝ ਚੀਜ਼ਾਂ ਉਧਾਰ ਆਉਂਦੀਆਂ ਨੇ, ਕੁਝ ਨਗਦ ਖਰੀਦੀਆਂ ਜਾਂਦੀਆਂ ਨੇ। ਤਾਂ ਬਿਜ਼ਨਸ ਦੀ ਜਿਹੜੀ ਉਧਾਰ ਦੀ ਯੋਗਤਾ ਹੈ, ਬਿਜ਼ਨਸ ਦੀ ਲੈਂਡਿੰਗ ਕ੍ਰੈਡੀਬਿਲਿਟੀ ਜਿਹੜੀ ਆ ਉਹ ਇਸ ਗੱਲ 'ਤੇ ਨਿਰਭਰ ਕਰੇਗੀ ਕਿ ਤੁਹਾਡੀ ਅਕਾਊਂਟਿੰਗ ਦਾ ਸਿਸਟਮ ਕਿਹੋ ਜਿਹਾ ਹੈ। ਅਗਰ ਤੁਹਾਡਾ ਅਕਾਊਂਟਿੰਗ ਦਾ ਸਿਸਟਮ ਇਫੈਕਟਿਵ ਹੈਗਾ, ਕਾਰਗਰ ਹੈਗਾ, ਵਧੀਆ ਹੈਗਾ, ਯੂ ਵਿਲ ਨਾਟ ਫੇਸ ਐਨੀ ਕਾਈਂਡ ਆਫ ਡਿਫੀਕਲਟੀ ਇਨ ਗੈਟਿੰਗ ਦਾ ਲੋਨਸ, ਇਨ ਗੈਟਿੰਗ ਦਾ ਐਡਵਾਂਸਸ, ਇਨ ਗੈਟਿੰਗ ਦਾ ਥਿੰਗਸ ਔਨ ਕ੍ਰੈਡਿਟ। ਤੁਹਾਨੂੰ ਉਧਾਰ ਲੈਣ ਦੇ ਵਿੱਚ ਔਖ ਨਹੀਂ ਆਏਗੀ। ਦੈਨ ਅਕਾਊਂਟਿੰਗ ਦਾ ਰੋਲ ਆਉਂਦਾ ਤੁਹਾਡਾ ਗਵਰਨਮੈਂਟ ਅਥਾਰਟੀਜ਼ ਕਹਿ ਲਈਏ, ਆਪਾਂ ਟੈਕਸੇਸ਼ਨ ਅਥਾਰਟੀਜ਼ ਕਹਿ ਲਈਏ। ਜਿੰਨੇ ਵੀ ਤਰ੍ਹਾਂ ਦੇ ਟੈਕਸ ਆਪਾਂ ਪੜ੍ਹੇ ਸੀ, ਉਹ ਚਾਹੇ ਕਸਟਮ ਦਾ, ਉਹ ਚਾਹੇ ਐਕਸਾਈਜ਼ ਦਾ, ਉਹ ਚਾਹੇ GST ਹੈ, ਉਹ ਚਾਹੇ ਇਨਕਮ ਟੈਕਸ ਹੈ, ਉਹ ਚਾਹੇ ਵੈਟ ਹੈ, ਉਹ ਵੀ ਸਾਰਾ ਕੁਝ ਕਾਹਦੇ ਉੱਤੇ ਨਿਰਭਰ ਕਰੇਗਾ? ਉਹ ਤੁਹਾਡੀ ਅਕਾਊਂਟਿੰਗ ਇਨਫੋਰਮੇਸ਼ਨ ਦੇ ਉੱਤੇ ਹੀ ਨਿਰਭਰ ਕਰੇਗਾ। ਇਸ ਤੋਂ ਇਲਾਵਾ ਬਿਜ਼ਨਸ ਦੀ ਜਿਹੜੀ ਅਕਾਊਂਟਿੰਗ ਹੈ, ਇਟ ਆਲਸੋ ਹੈਲਪਸ ਇਨ ਦਾ ਫਰੇਮਿੰਗ ਆਫ ਓਵਰਆਲ ਪੋਲਿਸੀਜ਼। ਜਿਹੜੇ ਨੀਤੀਆਂ ਬਣਨੀਆਂ ਨੇ,
ਕਿਉਂਕਿ ਨੀਤੀਆਂ ਦਾ ਆਧਾਰ ਵੀ ਵਪਾਰ ਦੀ ਅਕਾਊਂਟਿੰਗ ਇਨਫੋਰਮੇਸ਼ਨ ਹੀ ਹੈ। ਉਹ ਬਹੁਤੇ ਸੰਦਰਭਾਂ ਦੇ ਵਿੱਚ ਜਦੋਂ ਮੈਂ ਇਹ ਗੱਲ ਕਰਦਾ ਤਾਂ ਇਹ ਕੰਪਨੀਆਂ ਦੇ ਰੂਪ ਵਿੱਚ ਹੈਗੀ ਹੈ। ਜਿਹੜੇ ਕੰਪਨੀ ਦੇ ਪਬਲਿਸ਼ਡ ਅਕਾਊਂਟਸ ਹੈਗੇ ਨੇ ਉਹਨਾਂ ਆਧਾਰ ਦੇ ਉੱਤੇ ਗੌਰਮੈਂਟ ਦੀਆਂ ਨੀਤੀਆਂ ਬਣਦੀਆਂ ਨੇ। ਜਿੰਨੀਆਂ ਟੈਕਸ ਕਲੈਕਟਿੰਗ ਅਥਾਰਟੀਜ਼ ਨੇ ਉਹ ਉਹਦੇ ਆਧਾਰ ਤੇ ਟੈਕਸ ਕਲੈਕਟ ਕਰਦੀਆਂ ਨੇ। ਤੇ ਨਾਲ ਦੀ ਨਾਲ ਜਿਹੜੇ ਰਿਸਰਚਰਸ ਨੇ, ਖੋਜੀ ਨੇ, ਉਹਨਾਂ ਨੇ ਖੋਜ ਵੀ ਅਕਾਊਂਟਿੰਗ ਇਨਫੋਰਮੇਸ਼ਨ ਦੇ ਆਧਾਰ ਤੇ ਹੀ ਕਰਨੀ ਆ। ਤਾਂ ਬੁਨਿਆਦੀ ਤੌਰ ਤੇ ਜੇਕਰ ਅਸੀਂ ਕਨਕਲੂਡ ਕਰੀਏ ਤਾਂ ਅਸੀਂ ਇਹ ਕਹਾਂਗੇ ਕਿ ਅਕਾਊਂਟਿੰਗ ਦਾ ਸਮੁੱਚੇ ਵਪਾਰ ਦੇ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਆ। ਇਹ ਵਪਾਰ ਦਾ ਨਰਵਸ ਸਿਸਟਮ ਆ। ਨਰਵਸ ਸਿਸਟਮ ਦੇ ਆਧਾਰ ਤੇ, ਨਰਵਸ ਸਿਸਟਮ ਕੀ ਆ? ਜੇ ਇਹ ਨਰਵਸ ਸਿਸਟਮ ਬੰਦੇ ਦੇ ਸਰੀਰ 'ਚੋਂ ਕਮਜ਼ੋਰ ਪੈ ਜੇ ਤਾਂ ਬੰਦਾ ਆਪਣਾ ਕੰਟਰੋਲ ਖੋ ਬੈਠਦਾ, ਕਿਉਂਕਿ ਸਾਰਾ ਤਾਣਾ ਬਾਣਾ ਨਰਵਸ ਸਿਸਟਮ ਨਾਲ ਚੱਲਦਾ। ਤੇ ਅਕਾਊਂਟਿੰਗ ਕੀ ਆ? ਇਹ ਬਿਜ਼ਨਸ ਦਾ ਨਰਵਸ ਸਿਸਟਮ ਆ। ਇੰਨਾ ਮਹੱਤਵਪੂਰਨ ਰੋਲ ਹੈਗਾ। ਜੇ ਅਕਾਊਂਟਿੰਗ ਨਾ ਹੋਵੇ, ਤੁਹਾਡੇ ਸਾਹਮਣੇ ਕੋਈ ਲੇਖੇ ਜੋਖੇ ਨਹੀਂ ਹੋਣਗੇ, ਤੁਹਾਡੇ ਸਾਹਮਣੇ ਕੋਈ ਸੂਚਨਾ ਨਹੀਂ ਹੋਵੇਗੀ ਤੇ ਤੁਸੀਂ ਕੋਈ ਫੈਸਲੇ ਨਹੀਂ ਲੈ ਸਕੋਗੇ। So accounting plays a role of paramount importance in the total business, or we can say business even cannot think of its success without effective accounting system। ਵਪਾਰ ਕਲਪਨਾ ਵੀ ਨਹੀਂ ਕਰ ਸਕਦਾ, ਸੁਪਨਾ ਵੀ ਨਹੀਂ ਲੈ ਸਕਦਾ ਜੇ ਉਹਦੀ ਅਕਾਊਂਟਿੰਗ ਪ੍ਰਣਾਲੀ ਕਾਮਯਾਬ ਨਾ ਹੋਵੇ। I hope you have got it, okay? ਹੁਣ ਅਸੀਂ ਕਰਾਂਗੇ difference between bookkeeping and accounting as a concluding topic of this first chapter। ਪਹਿਲਾ ਜਿਹੜਾ ਡਿਫਰੈਂਸ ਹੈ ਉਹ ਹੈ ਮੀਨਿੰਗ। ਬੁੱਕ ਕੀਪਿੰਗ ਦਾ ਭਾਵ ਹੈਗਾ ਸਿਰਫ ਤੇ ਸਿਰਫ ਸਿਸਟੇਮੈਟਿਕ ਰਿਕਾਰਡ ਰੱਖਣੇ, ਵਪਾਰ ਦੇ ਖਾਤਿਆਂ ਦਾ ਸਿਸਟੇਮੈਟਿਕ ਰਿਕਾਰਡ ਰੱਖਣਾ। ਤੇ ਅਕਾਊਂਟਿੰਗ ਦਾ ਭਾਵ ਹੈਗਾ ਇਟ ਇਜ਼ ਕੰਸਰਨਡ ਵਿਦ classification, summarization and interpretation of results। ਨਤੀਜਿਆਂ ਨੂੰ ਐਨਾਲਿਸਿਸ ਕਰਨਾ, ਉਹਨਾਂ ਦੀ ਕਲਾਸੀਫਿਕੇਸ਼ਨ ਕਰਨੀ। ਭਾਵ ਕੀ ਆ? ਵਾਈਡਰ ਹੈ। ਅੱਗੇ ਨੇਚਰ, ਜਿਹੜੀ ਬੁੱਕ ਕੀਪਰ ਦੀ ਜੌਬ ਆ ਉਹ ਬੜੀ ਰੂਟੀਨ ਟਾਈਪ ਜੀ ਜੌਬ ਹੈਗੀ ਆ, ਬੜੀ ਕਲੈਰੀਕਲ ਜੀ ਨੇਚਰ ਦੀ ਜੌਬ ਹੈਗੀ ਆ। ਤੇ ਜਿਹੜੀ ਅਕਾਊਂਟੈਂਸੀ ਦੀ ਜੌਬ ਆ, ਅਕਾਊਂਟੈਂਟ ਦੀ ਜੌਬ ਆ, ਇਟ ਇਜ਼ ਮੋਰ ਆਫ ਟੈਕਨੀਕਲ ਨੇਚਰ। ਇਹ ਤਕਨੀਕੀ ਹੈ ਕਿਉਂਕਿ ਇਹ 'ਚ ਸਾਰੇ ਪੱਖ ਆ ਜਾਣਗੇ। ਇਹ 'ਚ ਰਿਕਾਰਡਿੰਗ ਵੀ ਆ ਗਈ, ਇਹ 'ਚ ਕਲਾਸੀਫਿਕੇਸ਼ਨ ਵੀ ਆ ਗਈ, ਇਹ 'ਚ ਸਮਰੀਆਂ ਬਣਾਉਣੀਆਂ ਵੀ ਆ ਗਈਆਂ, ਔਰ ਇਹਦੇ ਵਿੱਚ ਰਿਜ਼ਲਟਾਂ ਦਾ ਐਨਾਲਿਸਿਸ ਕਰਨਾ ਵੀ ਆ ਜਾਂਦਾ ਹੈ। ਅੱਗੇ ਹੈ ਸਟੇਜ ਕਿ ਕਿਵੇਂ ਕਿਵੇਂ ਕੰਮ ਹੁੰਦਾ। ਬੁੱਕ ਕੀਪਿੰਗ ਇਜ਼ ਬੇਸਿਕਲੀ ਦਾ ਫਸਟ ਸਟੇਜ ਆਫ ਅਕਾਊਂਟਿੰਗ। ਭਾਵ ਕਿ ਜਿਹੜਾ ਪਹਿਲਾ ਕੰਮ ਆ, ਛੋਟਾ ਜਿਹਾ ਕੰਮ ਆ ਪਹਿਲਾ ਰਿਕਾਰਡਿੰਗ ਵਾਲਾ। ਜਿਹੜੇ ਵੀ ਵਪਾਰ ਦੇ ਟ੍ਰਾਂਜੈਕਸ਼ਨ ਹੋਏ, ਵਪਾਰ ਦੇ ਆਦਾਨ ਪ੍ਰਦਾਨ ਹੋਏ, ਉਹਨੂੰ ਦਰਜ ਕਰਨ ਤੱਕ ਬੁੱਕ ਕੀਪਿੰਗ ਆ। ਅਕਾਊਂਟਿੰਗ ਸੈਕੰਡਰੀ ਸਟੇਜ ਆ, ਜਿੱਥੇ ਬੁੱਕ ਕੀਪਿੰਗ ਖਤਮ ਹੁੰਦੀ ਆ, ਅਕਾਊਂਟਿੰਗ ਉੱਥੇ ਸ਼ੁਰੂ ਹੁੰਦੀ ਹੈ। ਬੁੱਕ ਕੀਪਿੰਗ ਰਿਕਾਰਡਿੰਗ ਕਰਦੀ ਆ, ਅਕਾਊਂਟਿੰਗ ਕਹਿੰਦੀ ਰਿਕਾਰਡਿੰਗ ਵੀ ਕਰਦੇ ਆ ਅਸੀਂ, ਕਲਾਸੀਫਿਕੇਸ਼ਨ ਵੀ, ਸਮਰਾਈਜੇਸ਼ਨ ਵੀ, ਇੰਟਰਪ੍ਰੀਟੇਸ਼ਨ ਵੀ। ਸੋ ਇਟ ਇਜ਼ ਵਾਈਡਰ ਇਨ ਸਕੋਪ। ਇਹ ਵਾਈਡਰ ਹੈ, ਅੱਗੇ ਜਾਂਦੀ ਹੈ। ਅੱਗੇ ਸਪੈਸ਼ਲ ਨੌਲੇਜ। ਬੁੱਕ ਕੀਪਿੰਗ ਲਈ ਸਾਨੂੰ ਕੋਈ ਬਹੁਤ ਜ਼ਿਆਦਾ ਵਿਸ਼ੇਸ਼ ਗਿਆਨ ਦੀ ਲੋੜ ਨਹੀਂ। ਅਸੀਂ ਕੀ ਕਰਨਾ? ਆਈ ਟ੍ਰਾਂਜੈਕਸ਼ਨ, ਉਹਨੂੰ ਕਿਤਾਬਾਂ 'ਚ ਰਿਕਾਰਡ ਕਰ ਲਿਆ। ਬਟ ਜਿੱਥੋਂ ਤੱਕ ਅਕਾਊਂਟਿੰਗ ਦਾ ਸਵਾਲ ਆ, ਕਲਾਸੀਫਿਕੇਸ਼ਨ ਸਮਰੀਆਂ ਤੱਕ ਫਿਰ ਵੀ ਠੀਕ ਆ। ਜਿਹੜੀ ਇੰਟਰਪ੍ਰੀਟੇਸ਼ਨ ਹੈ ਇਹ ਸਪੈਸ਼ਲਾਈਜ਼ਡ ਜੌਬ ਹੈਗੀ ਆ, ਇਹ ਐਕਸਪਰਟ ਜੌਬ ਹੈਗੀ ਆ। ਓਨਲੀ ਐਨ ਐਕਸਪੀਰੀਅੰਸਡ ਅਕਾਊਂਟੈਂਟ ਕੈਨ ਹੈਵ ਦਾ ਐਨਾਲਿਸਿਸ ਐਂਡ ਇੰਟਰਪ੍ਰੀਟੇਸ਼ਨ ਆਫ ਦਾ ਅਕਾਊਂਟਸ। ਆਮ ਬੰਦਾ ਇੰਟਰਪ੍ਰੀਟੇਸ਼ਨ ਨਹੀਂ ਕਰ ਸਕਦਾ। ਜਿਹੜਾ ਮਾਹਰ ਹੈ, ਜਿਹਦੇ ਕੋਲੇ ਹੁਨਰ ਹੈ, ਜਿਹਦੇ ਕੋਲੇ ਅਕਾਊਂਟਿੰਗ ਦੀ ਸਮਝ ਹੈ, ਉਹੀ ਬੰਦਾ ਜਿਹੜਾ ਹੈ ਉਹ ਐਨਾਲਿਸਿਸ ਕਰ ਸਕਦਾ। ਨੈਕਸਟ ਆ ਜਾਂਦਾ ਜੀ ਸਕਿੱਲ ਰਿਕੁਆਇਰਡ। ਮੈਂ ਤੁਹਾਨੂੰ ਦੱਸਿਆ ਸੀ ਕਿ ਬੁੱਕ ਕੀਪਿੰਗ ਲਈ ਕੋਈ ਬਹੁਤ ਜ਼ਿਆਦਾ ਟੈਕਨੀਕਲ ਸਕਿੱਲ ਦੀ ਲੋੜ ਨਹੀਂ ਹੈਗੀ। ਅਕਾਊਂਟਿੰਗ ਲਈ ਬੰਦਾ ਸਕਿਲਡ ਚਾਹੀਦਾ, ਮਾਹਰ ਚਾਹੀਦਾ, ਜਿਹਦੇ ਕੋਲੇ ਸਾਰੀ ਸਮਝ ਹੋਵੇ। ਅੱਗੇ ਆ ਜਾਂਦਾ ਯੂਨੀਫਾਰਮਿਟੀ ਇਨ ਰੂਲਸ ਐਂਡ ਰੈਗੂਲੇਸ਼ਨ। ਬੁੱਕ ਕੀਪਿੰਗ ਦੇ ਰੂਲਸ ਰੈਗੂਲੇਸ਼ਨ ਉਹੀ ਨੇ ਸਾਰੇ ਪਾਸੇ, ਜਿੱਥੇ ਮਰਜ਼ੀ ਜਾ ਕੇ ਰਿਕਾਰਡ ਕਰਨਾ ਪੈ ਜੇ। ਉਹ ਕਿਵੇਂ ਰਿਕਾਰਡ ਹੋਊਗਾ?
ਉਹਨੇ ਆਉਣਾ ਐਂਟਰੀਆਂ ਨੂੰ ਦਰਜ ਕਰਨ ਦਾ ਇੱਕੋ ਹੀ ਤਰੀਕਾ। ਪਰ ਅਕਾਊਂਟਿੰਗ ਦੇ ਰੂਲਸ ਐਂਡ ਰੈਗੂਲੇਸ਼ਨ ਵਿੱਚ ਸਬਜੈਕਟਿਵਿਟੀ ਆ ਜਾਂਦੀ ਹੈ, ਕਿਉਂਕਿ ਇੰਟਰਪ੍ਰੀਟੇਸ਼ਨ ਕਰਨੀ ਹੈ ਖਾਤਿਆਂ ਦੀ। ਇੰਟਰਪ੍ਰੀਟੇਸ਼ਨ, ਵਿਸ਼ਲੇਸ਼ਣ, ਮੁਲਾਂਕਣ ਕਿਹਨੇ ਕਰਨਾ? ਅਕਾਊਂਟੈਂਟ ਨੇ। ਉੱਥੇ ਪਰਸਨਲ ਜੱਜਮੈਂਟ ਇਨਵੋਲਵ ਹੋ ਜਾਂਦੀਆਂ ਨੇ, ਜਿਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਕਈ ਵਾਰੀ ਯੂਨੀਫਾਰਮਿਟੀ ਨਹੀਂ ਰਹਿੰਦੀ। ਇੱਕ ਬੰਦੇ ਦਾ ਐਨਾਲਿਸਿਸ ਕਰਨ ਦਾ ਤਰੀਕਾ ਹੋਰ ਆ, ਦੂਜੇ ਦਾ ਹੋਰ ਹੋ ਸਕਦਾ। ਇੱਕ ਬੰਦੇ ਦੀ ਸਮਝ ਹੋਰ ਹੋ ਸਕਦੀ ਆ, ਦੂਜੇ ਦੀ ਹੋਰ ਹੋ ਸਕਦਾ। ਈਵਨ ਸੇਮ ਅਕਾਊਂਟਸ ਦੇ ਵਿੱਚੋਂ ਦੋ ਇੰਟਰਪ੍ਰੀਟੇਸ਼ਨ ਜਿਹੜੀਆਂ ਨੇ ਉਹ ਆ ਜਾਂਦੀਆਂ ਨੇ। ਨੈਕਸਟ ਹੈ ਬ੍ਰਾਂਚਸ। ਬੁੱਕ ਕੀਪਿੰਗ ਦੀ ਕੋਈ ਬ੍ਰਾਂਚ ਨਹੀਂ ਹੈਗੀ। ਅਕਾਊਂਟਿੰਗ ਦੇ ਆਪਾਂ ਪੜ੍ਹ ਚੁੱਕੇ ਹਾਂ, ਕਈ ਬ੍ਰਾਂਚਸ ਨੇ। ਫਾਈਨੈਂਸ਼ੀਅਲ ਅਕਾਊਂਟਿੰਗ, ਮੈਨੇਜਮੈਂਟ ਅਕਾਊਂਟਿੰਗ, ਕਾਸਟ ਅਕਾਊਂਟਿੰਗ, ਹਿਊਮਨ ਰਿਸੋਰਸ ਅਕਾਊਂਟਿੰਗ, ਇਨਫਲੇਸ਼ਨ ਅਕਾਊਂਟਿੰਗ। ਦੇਰ ਆਰ ਮੈਨੀ ਬ੍ਰਾਂਚਸ ਆਫ ਅਕਾਊਂਟਿੰਗ। ਦੈਨ ਸੁਪਰਵਾਈਜ਼ਰ। ਬੁੱਕ ਕੀਪਰ ਜਿਹੜਾ ਹੈ ਉਹ ਸੁਪਰਵਾਈਜ਼ ਨਹੀਂ ਕਰ ਸਕਦਾ ਅਕਾਊਂਟੈਂਟ ਨੂੰ, ਪਰ ਜਿਹੜਾ ਅਕਾਊਂਟੈਂਟ ਆ ਉਹ ਸੁਪਰਵਾਈਜ਼ ਕਰ ਸਕਦਾ ਬੁੱਕ ਕੀਪਰ ਦੇ ਕੰਮ ਨੂੰ, ਕਿਉਂਕਿ ਅਕਾਊਂਟੈਂਟ ਦਾ ਕੰਮ ਕੀ ਆ? ਬਹੁਤ ਮੁਹਾਰਤ ਵਾਲਾ ਹੈਗਾ, ਉਹ ਸਕਿੱਲ ਵਾਲਾ ਹੈਗਾ, ਸਪੈਸ਼ਲਾਈਜ਼ਡ ਹੈਗਾ। ਦੈਨ ਅਗਲਾ ਹੈ ਜੀ ਹੈਂਡਲਿੰਗ ਆਫ ਵਰਕ। ਕੰਮ ਨੂੰ ਹੈਂਡਲ ਕਰਨਾ। ਕੰਮ ਨੂੰ ਹੈਂਡਲ ਕਰਨ ਲਈ ਜਿਹੜਾ ਤਾਂ ਬੁੱਕ ਕੀਪਿੰਗ ਦਾ, ਉਹਦਾ ਸਾਨੂੰ ਕੋਈ ਬਹੁਤ ਜ਼ਿਆਦਾ ਸਟਾਫ ਨਹੀਂ ਚਾਹੀਦਾ। ਜੂਨੀਅਰ ਸਟਾਫ ਜਿਹੜਾ ਹੈਗਾ, ਆਮ ਸਾਡੇ ਜਿਹੜੇ ਕਲਰਕ ਹੈਗੇ ਨੇ, ਦੇ ਕੈਨ ਹੈਂਡਲ ਦਾ ਬੁੱਕ ਕੀਪਿੰਗ ਜੌਬ। ਪਰ ਜਿੱਥੋਂ ਤੱਕ ਅਕਾਊਂਟਿੰਗ ਦਾ ਕੰਮ ਹੈਗਾ, ਅਕਾਊਂਟਿੰਗ ਦਾ ਕੰਮ ਇਜ਼ ਟੂ ਬੀ ਕੈਰੀਡ ਬਾਏ ਅ ਸਪੈਸ਼ਲਾਈਜ਼ਡ ਪਰਸਨ। ਇਸ ਕਰਕੇ ਉਹਦੇ ਲਈ ਸਾਨੂੰ ਫਿਰ ਕੀ ਆ, ਇੱਕ ਵਿਸ਼ੇਸ਼ ਸਟਾਫ, ਸੀਨੀਅਰ ਸਟਾਫ ਲਾਉਣਾ ਪਊਗਾ ਜਿਹੜਾ ਉਸ ਚੀਜ਼ ਦੀ ਮੁਹਾਰਤ ਰੱਖਦਾ ਹੋਵੇ। ਦੈਨ ਆਬਜੈਕਟਿਵ। Objective of bookkeeping is just to record the business transactions in a systematic manner. Bookkeeping ਦਾ objective ਕੀ ਆ? ਇੱਕ ਨਿਯਮਬੱਧ ਤਰੀਕੇ 'ਚ ਟ੍ਰਾਂਜੈਕਸ਼ਨਸ ਨੂੰ ਰਿਕਾਰਡ ਕਰਨਾ। ਪਰ ਅਕਾਊਂਟਿੰਗ ਦਾ ਕੀ ਆ ਬਈ? ਅਕਾਊਂਟਿੰਗ ਦਾ objective ਹੈਗਾ to classify, summarize and to interpret the results. ਸੋ ਅਕਾਊਂਟਿੰਗ ਦੇ ਉਦੇਸ਼ ਜਿਹੜੇ ਨੇ ਉਹ ਵਾਈਡਰ ਹੈਗੇ ਨੇ। ਪਰ ਪਿਆਰੇ ਵਿਦਿਆਰਥੀਓ, ਅੱਜ ਦੇ ਸਮੇਂ 'ਚ ਜਿਹੜੀ ਗੱਲ ਵਾਪਰ ਰਹੀ ਆ, ਇਹ ਸਾਰਾ ਕੁਝ ਹੁਣ ਬੰਦਿਆਂ ਨੂੰ ਆਪਣੇ ਹੱਥੀਂ ਕਰਨ ਦੀ ਲੋੜ ਨਹੀਂ ਰਹਿ ਗਈ। ਪਰ ਕਿਉਂਕਿ ਤੁਸੀਂ ਅਜੇ ਸ਼ੁਰੂਆਤੀ ਹੋ, ਯੂ ਆਰ ਬਿਗਨਰਸ ਇਨ ਅਕਾਊਂਟਿੰਗ, ਇਸ ਕਰਕੇ ਤੁਹਾਨੂੰ ਇਹ ਥਿਊਰੀ ਸਿੱਖਣੀ ਪੈਣੀ ਆ। ਤੁਹਾਨੂੰ ਕਿਤਾਬਾਂ ਰੱਖਣ ਦਾ ਤਰੀਕਾ ਸਿੱਖਣਾ ਪੈਣਾ, ਕਿਉਂਕਿ ਨਹੀਂ ਹੁਣ ਦੇ ਸਮੇਂ 'ਚ ਕੀ ਹੋ ਰਿਹਾ, ਇਹ ਸਾਰੇ ਕੰਮ ਕੰਪਿਊਟਰ ਦੇ ਜ਼ਰੀਏ ਹੀ ਹੋਣ ਲੱਗ ਪਏ ਨੇ। ਤੁਸੀਂ ਸਿਰਫ ਇੱਕ ਐਂਟਰੀ ਕਰਨੀ ਆ, ਕਲਾਸੀਫਿਕੇਸ਼ਨ ਵੀ ਕੰਪਿਊਟਰ ਨੇ ਕਰ ਦੇਣੀ ਆ, ਸਮਰੀਆਂ ਵੀ ਬਣਾ ਦੇਣੀਆਂ ਨੇ, ਈਵਨ ਕੰਪਿਊਟਰ ਐਨਾਲਿਸਿਸ ਵੀ ਕਰਨ ਲੱਗ ਪਏ ਨੇ। ਬਟ ਕਿਉਂਕਿ ਆਪਾਂ ਬਿਗਨਰ ਹੈਗੇ ਆ, ਇਸ ਕਰਕੇ ਸਾਨੂੰ ਇਹ ਸਾਰਾ ਕੁਝ ਸਿੱਖਣਾ ਪਏਗਾ। ਸੋ ਅੱਜ ਦੇ ਲੈਕਚਰ ਦੇ ਵਿੱਚ ਇੰਨਾ ਹੀ ਕਾਫੀ ਹੈ। ਸਟੇ ਬਲੈਸਡ, ਗॉड ਬਲੈਸ ਯੂ। ਔਰ ਅੱਗੇ ਹੋਰ ਵੀਡੀਓਜ਼ ਦੇਖਣ ਲਈ, ਅਕਾਊਂਟਿੰਗ ਨਾਲ ਸੰਬੰਧਿਤ ਔਰ ਮੋਟੀਵੇਸ਼ਨ ਦੀਆਂ ਔਰ ਹੋਰ ਚੰਗੀਆਂ ਵੀਡੀਓਜ਼ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਸਿਰਜਣਾ ਟੀਵੀ YouTube ਦੇ ਉੱਤੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਤੁਹਾਡੇ ਸਾਰਿਆਂ ਤੇ ਮਿਹਰ ਬਣਾ ਕੇ ਰੱਖੇ।